ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਧਨ ਧਨ ਹਮਾਰੇ ਘਰ ਆਇਆ ਪਿਰ ਮੇਰਾ, ਸੋਹੇ ਬੰਕ ਦਵਾ ਸੋਹੇ ਬੰਕ ਦਵਾਰ, ਸਗਲਾ ਬਨ ਹਰਾ। आवो मीत प्यारे मंगल गावो नारे, सच मंगल गावो ता प्रभ पावो, सोहिलड़ा जुग चारे। आवो मीत प्यारे मंगल गावो नारी। ऊंचे अपार बेअंत स्वामी, कौन जाने गुण तेरे। गावते उदरे सुनते उदरे, बिन से पाप कनेरे। ज्ञान ध्यान किस कर्म न जाना, सार न जाना तेरी। सब ते वड्डा सतगुरु नानक, जिन कल राखी मेरी। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ काल मूर्त ਆਯੁਨੀ ਸੈਭੰ ਗੁਰ ਪ੍ਰਸਾਦ ਜਪ। आद सच जुगाद सच है भी ਸਚ ਨਾਨਕ ਹੋਸੀ भी सच। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ सच ਹੈ ਵੀ ਸਚ नानक होसी भी सच। ਇਕ ਓੰਕਾਰ ਸਤਿਨਾਮ करता ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ सच है भी सच नानक होसी भी सच। ਇਕ ਓੰਕਾਰ सतनाम करता पुरख ਨਿਰਭਉ ਨਿਰਵੈਰ अकाल मूर्त आजुनी सैभं गुर प्रसाद जप।
ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਾਰੇ ਜਪੋ ਇਕ ਓੰਕਾਰ ਸਤਨਾਮ ਕਰਤਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ।
ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ। ਗੁਰੂ ਸਾਹਿਬ ਨੇ ਸਾਨੂੰ ਸੱਤ ਦਾ ਉਪਦੇਸ਼ ਦਿੱਤਾ ਹੈ। ਸੱਤ ਦਾ ਇਹ ਸੰਸਾਰ ਹੈ, ਇਹਦੇ ਚ ਪੁੰਨ ਤੇ ਪਾਪ ਨੇ। ਸਮਝਣਾ ਹੈ ਕਿ ਪੁੰਨ ਕਰਮਾਂ ਦੇ ਨਾਲ ਗੁਰੂ ਦੀ ਪਰਮਾਤਮਾ ਦੀ ਪ੍ਰਭੂ ਦੀ ਖੁਸ਼ੀ ਹੁੰਦੀ ਹੈ। ਜਿਹੜੇ ਜੀਵ ਪੁੰਨ ਕਰਮ ਕਰਦੇ ਆ, ਜਿਹੜੇ ਪਾਪ ਕਰਦੇ ਆ, ਉਹਨਾਂ ਦਾ ਤੇ ਪਰਮਾਤਮਾ ਦੀ ਨਾਰਾਜ਼ਗੀ ਹੁੰਦੀ ਹੈ। ਗੁਰਬਾਣੀ ਕਹਿੰਦੀ ਪਾਪ ਤੋਂ ਡਰ। ਇੱਕ ਪਾਪ ਕਰਨਾ, ਇੱਕ ਅਸ਼ੇਤ ਪਾਪ ਤੋਂ ਵੀ ਡਰ ਰਹੀ, ਜਿਹੜਾ ਤੇਰੇ ਅੰਦਰ ਆ ਰਿਹਾ। ਇੱਕ ਦਾ ਬਾਹਰ ਹੈ ਨਾ ਪਾਪ ਕਰਨਾ ਹੈ, ਇੱਕ ਅੰਦਰ ਖਿਆਲ ਵਿੱਚ ਆ ਰਿਹਾ, ਇਹਦੇ ਤੋਂ ਵੀ ਡਰ। ਨਰ ਅਚੇਤ ਪਾਪ ਤੇ ਡਰ ਰਹੇ। ਅਸੀਂ ਮਾਲਕ ਦੀ ਖੁਸ਼ੀ ਲੈਣੀ। ਚੰਗੇ ਚੰਗੇ ਕਰਮ ਕਰਾਂਗੇ, ਮਾਂ ਬਾਪ ਦੀ ਪ੍ਰਸੰਨਤਾ ਹੈ। ਸਾਰੇ ਪ੍ਰਸੰਨ ਵੀ ਇਹ ਜੀਵ ਅੱਛੇ ਕਰਮ ਕਰਦਾ ਹੈ। ਮਾੜੇ ਕਰਾਂ ਦੇ ਸਭ ਦੀ ਨਾਰਾਜ਼ਗੀ ਹੈ। ਮਾਂ ਬਾਪ ਵੀ ਨਾਰਾਜ਼ ਨੇ। ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਅੱਜ ਦੀਵਾਲੀ ਗੁਰੂ ਗੋਬਿੰਦ ਸਿੰਘ ਜੀ ਦੇ ਬੰਦੀ ਛੋੜ ਦਾ ਪੁਰਬ ਹੈ। ਇਸ ਸੰਸਾਰ ਵਿੱਚ ਬੰਦੇ ਨੂੰ ਕਾਹਦੀਆਂ ਸਜ਼ਾ ਮਿਲਦੀਆਂ ਨੇ? ਜੇ ਕੋਈ ਗਲਤ ਕਰਮ ਕਰਦਾ ਹੈ ਤਾਂ ਉਹਦੇ ਵਾਸਤੇ ਧਾਰਾ ਲੱਗੀਆਂ ਨੇ, ਸਜ਼ਾ ਲੱਗੀਆਂ ਨੇ। ਚੰਗੇ ਕਰਮਾਂ ਦੇ ਫਲ ਮਿਲਦੇ, ਮਾੜਿਆਂ ਦੀਆਂ ਸਜ਼ਾਵਾਂ ਮਿਲਦੀਆਂ ਨੇ। ਹਰ ਗੱਲ ਤੇ ਗੁਰੂ ਸਾਹਿਬ ਨੇ ਜੀਵ ਨੂੰ ਸਮਤ ਬਖਸ਼ੀ। ਜੇ ਤੁਸੀਂ ਬੁਰਾ ਵੇਖੇਗਾ ਇਹ ਵੀ ਪਾਪ ਹੈ, ਕਿਸੇ ਦੇ ਮਾੜੀ ਅੱਖ ਰੱਖੇਗਾ ਪਾਪ ਹੈ। ਇਹਨਾਂ ਪਾਪਾਂ ਤੋਂ ਬਚ। ਇਹ ਪਾਪ ਦੁਖਦਾਈ ਹੁੰਦੇ ਆ ਤੇ ਰੱਬ ਦੀ ਨਾਰਾਜ਼ਗੀ। ਪਰਮਾਤਮਾ ਕਹਿੰਦਾ ਮੈਂ ਤੈਨੂੰ ਪਾਪ ਕਰਮ ਕਰਨ ਵਾਸਤੇ ਨਹੀਂ ਭੇਜਿਆ, ਤੈਨੂੰ ਮੈਂ ਬੰਦਾ ਬਣਾ ਕੇ ਭੇਜਿਆ, ਇਨਸਾਨ।
ਤੇ ਸਾਰੀ ਮੱਤ ਦੇ ਕੇ ਭੇਜਿਆ। ਜਿੰਨੇ ਪਸ਼ੂ ਪੰਛੀ 84 ਲੱਖ ਜੂਨ ਨੇ, ਉਹਨਾਂ ਕਿਸੇ ਨੂੰ ਚੰਗੇ ਮਾੜੇ ਕਰਮ ਦਾ ਕੋਈ ਖਿਆਲ ਨਹੀਂ। ਨਾ ਉਹਨਾਂ ਨੂੰ ਇਹ ਪਤਾ ਹੈ ਕਿ ਇੱਥੇ ਸੰਗਤ ਹੋ ਰਹੀ ਹੈ, ਮੱਥਾ ਟੇਕੀਏ। ਪਸ਼ੂ ਨੂੰ ਨਹੀਂ ਮੱਤ, ਪੰਛੀ ਨੂੰ ਨਹੀਂ, ਕਿਸੇ ਕੀੜੇ ਮਕੌੜੇ ਨੂੰ ਨਹੀਂ, ਕੇਵਲ ਤੇ ਕੇਵਲ ਇਨਸਾਨ ਬਣਾਇਆ ਹੈ। ਇਨਸਾਨੀਅਤ ਭਰੀ ਹੈ, ਚੰਗੇ ਕਰਮ ਭਰੇ ਨੇ, ਨਾਲ ਸਭ ਕੁਝ ਦੱਸਿਆ ਕਿ ਕਿੰਦਾ ਕੀ ਫਾਲੇ, ਕਿੰਦਾ ਕੀ ਫਾਲੇ। ਇਹ ਗੁਰੂ ਸਾਹਿਬ ਸਾਨੂੰ ਖੁਸ਼ ਹੁੰਦੇ ਆ। ਮਹਾਰਾਜ ਨੇ ਚੰਗੇ ਚੰਗੇ ਕਰਮ ਕਰਾਏ ਨਾ ਜੀਵਾਂ ਤੋਂ। ਅੱਜ ਪੁੱਛੋ ਸਾਹਿਬ ਦਾ ਸਥਾਨ ਹੈ। ਬਾਬਾ ਮਾਹ ਨਾਮ ਸਿੰਘ ਜੀ ਨੇ ਸਭ ਨੂੰ ਚੰਗੇ ਸ਼ੁਭ ਕਰਮਾਂ ਲਈ ਪ੍ਰੇਰਿਆ ਵੀ ਇੱਥੇ ਨਾਮ ਜਪੋ, ਬਾਣੀ ਪੜੋ, ਮਾੜਾ ਨਹੀਂ ਸੋਚਣਾ, ਮਾੜਾ ਨਹੀਂ ਕਰਨਾ। ਇਹ ਬਹੁਤ ਦੁਖਦਾਈ ਹੁੰਦੇ। ਬੰਦਾ ਕਰ ਬੈਠਦਾ ਹੈ, ਫਿਰ ਰੋਂਦਾ ਵੀ ਬਹੁਤ ਹੈ, ਦੁਖੀ ਵੀ ਹੁੰਦਾ ਹੈ। ਪਰਮਾਤਮਾ ਕਹਿੰਦਾ ਵੀ ਤੂੰ ਦੁਖੀ ਹੋ, ਇਹ ਤੇਰੇ ਨਾਲ ਹੋਣਾ ਹੀ ਹੈ। ਬੜੇ ਆਦਮੀ ਕਰਦੇ, ਬੜੇ ਬਾਹਰ ਸੁੱਖ ਮਾਣਦੇ ਆ, ਜਦੋਂ ਘਰੇ ਆਉਂਦੇ ਆ ਉਹਨਾਂ ਦੇ ਪਾਪ ਅੱਗੇ ਆ ਜਾਂਦੇ। ਨਾ ਬੱਚੇ ਸਤਿਕਾਰ ਕਰਦੇ ਆ, ਨਾ ਘਰਵਾਲੀ। ਉਹਨੂੰ ਤਲਵਾਰ ਲਟਕਦੀ ਹੋਈ ਨਜ਼ਰ ਆਉਂਦੀ ਹੈ, ਕਿਉਂ? ਕਹਿੰਦੇ ਪਾਪ ਨੇ, ਕੀਤੀਆਂ ਬੁਰਾਈਆਂ ਨੇ। ਬੁਰੇ ਕਰਮ ਕਰਨ ਲੱਗਿਆਂ ਸੋਚਣਾ ਸੀ ਕਿ ਇਹ ਮੈਨੂੰ ਹੀ ਭੋਗਣੇ ਪੈਣੇ ਆ। ਜਿਹੜੇ ਤੂੰ ਕਰਮ ਪਾਪ ਕਰ ਰਿਹਾ ਹੈ, ਇੱਕ ਤਾਂ ਪਰਮਾਤਮਾ ਰੱਬ ਨਾਰਾਜ਼ ਤੇਰੇ ਨਾਲ, ਦੂਜਾ ਤੈਨੂੰ ਇਹ ਭੋਗਣ ਵਾਸਤੇ ਹੁਕਮ ਹੈ ਵੀ ਇਹਨਾਂ ਦੀ ਸਜ਼ਾ ਤੂੰ ਭੋਗ। ਆਪਣਾ ਕੀਤਾ ਪਾਵੇ ਨਿੰਦਕ, ਅਰੜਾਵੇ ਬਲਾਵੇ। ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੇ ਨਿੰਦਕ। ਹਰ ਬੁਰਾਈ ਤੈਨੂੰ ਭੋਗਣੀ ਪਏਗੀ, ਸਜ਼ਾ ਭੋਗਣੀ ਪਏਗੀ। ਸਾਰਿਆਂ ਤੇ ਪਰਮੇਸ਼ਰ ਦੇ ਜਿਹੜੇ ਬੰਦੇ ਦੁੱਖ ਦੇਣ ਵਾਲੇ ਆ ਨਾ, ਜਮ ਉਹ ਤੈਨੂੰ ਦਿਸਦੇ ਨਹੀਂ। ਕਹਿੰਦੇ ਨੇ, ਕਿਸੇ ਨੇ ਲਿਖਿਆ ਹੈ, ਕਿੱਥੋਂ ਖਾਏ ਮੁਸਾਫਰਾ ਚੱਲ ਲੱਗੇ, ਰਸਤ ਬਸਤ ਨਾ ਕੁਝ ਪਚਾਈ ਹੋਈ। ਵੀ ਦੱਸ ਤੂੰ ਮੁਸਾਫਰ ਹੈ ਸੰਸਾਰ 'ਚ, ਅੱਗੇ ਕਿੱਥੋਂ ਖਾਏਗਾ? ਤੂੰ ਉਹਨੂੰ ਪਚਾਇਆ ਹੀ ਨਹੀਂ ਅੱਗੇ। ਆਪਣਾ ਤੂੰ ਪਚਾ ਸਕਦਾ ਹੈ। ਜਿਹੜਾ ਵੀ ਬੀਜ ਬੀਜੇਗਾ ਤੇਰੇ ਅਗਲੇ ਰਸਤੇ ਤੇ ਪਹੁੰਚ ਰਿਹਾ। ਕਿੱਥੋਂ ਪਾਣੀ ਦੇ ਪੀਵੇਂ ਗਲਾਸ ਭਰ ਕੇ, ਚੂੜੀ ਇੱਕ ਨਾ ਹੱਥੀਂ ਪਲਾਈ ਹੋਈ। ਜਦੋਂ ਤੂੰ ਚੰਗੇ ਕਰਮ ਕਰਦਾ ਹੈ ਨਾ, ਮਾਂ ਬਾਪ ਖੁਸ਼ ਹੁੰਦੇ ਆ ਨਾ। ਬੱਚਾ ਪੜ੍ਹ ਰਿਹਾ ਹੈ, ਬੱਚਾ ਸਿਆਣੀ ਗੱਲ ਕਰਦਾ ਹੈ, ਬੱਚਾ ਮਾੜੀ ਚੀਜ਼ ਤੋਂ ਡਰਦਾ ਹੈ। ਤੇ ਸਹੀ ਮਾਇਨਿਆਂ 'ਚ ਅਸੀਂ ਬੱਚੇ ਕਹਿੰਦੇ ਹਾਂ, ਅਸੀਂ ਪਰਮਾਤਮਾ ਦੇ ਬੱਚੇ ਹਾਂ, ਪਰਮੇਸ਼ਰ ਦੇ। ਉਹ ਵੀ ਆਪਦੇ ਬੱਚਿਆਂ ਨੂੰ ਵੇਖ ਕੇ ਚੰਗੇ ਕੰਮ ਉਹ ਅੰਦਰ ਤੱਕ ਜਾਣਦਾ ਹੈ। ਮਾਂ ਬਾਪ ਨਹੀਂ ਜਾਣਦੇ ਕਿ ਤੂੰ ਮਾਂ ਬਾਪ ਨੂੰ ਕੀ ਧੋਖਾ ਦੇ ਰਿਹਾ, ਉਹਨਾਂ ਨੂੰ ਕਹਿ ਕੀ ਰਿਹਾ ਤੇ ਕਰਦਾ ਕੀ। ਉਹਨਾਂ ਨੂੰ ਭੁਲੇਖਾ ਕਿਹੜੀ ਚੀਜ਼ ਦਾ ਪਾਉਣਾ, ਕੀ ਬੁਰਾਈ ਕਰ ਰਿਹਾ। ਪਰ ਸੱਚੇ ਮਾਂ ਬਾਪ ਨੂੰ ਪਤਾ ਹੈ, ਤੇਰੀ ਅੰਦਰ ਤੱਕ ਹਰ ਗੱਲ ਦਾ ਪਤਾ ਹੈ, ਤੇ ਉਹਦੇ ਤੋਂ ਡਰਨਾ ਪਏਗਾ।
कि ये तो पता है परमेश्वर नूं, गुरु नूं पता है इहदा मैनूं माड़ा फल भोगना पएगा, गुरु मेरे ते नाराज है, मेरे पाप ते नाराज। जागण दा हुक्म है, चंगे चंगे शुभ कर्म करन दा हुक्म है। अज गुरु दे गुरपुरब ते गुरु साहब दा बंदी छोड़ दिवस है। चंदू नूं महाराज ने नख ते नकेल पा के लियांदा है, छेवें पातशाह दे हवाले किया गया। उनका माड़ा हाल हुंदा आ रहा, उन्हें पाप किते हैं, अज उन्होंने सजा दे रहे ने। इवें बंदिया तेनू सजा मिलनी दरगाह च, जिवें चंदू पापी नू मिल रही है। नाल नाल महाराज खुशियां मनते आ रहे ने। बवंजा कलियां दा चोला पा के गुरु साहब ने उन्होंने कैद विचों बाहर कढ़िया, ग्वालियर दे किले चों। उन्होंने कैद विच पाया सी बादशाह ने। जेड़े राजे महाराजे का डर हुंदा सी थोड़ा बहुता, उन्होंने उत्थे भेज देंदे सी। जिंदा कोई डरे भी इस तरह वधदा जा रहा भेज देंदे सी। बादशाह अपने राज भाग वास्ते उन्हां विच गुरु हरगोबिंद साहब भी चले गए। हुण जेल दे विच बंदा पापां दा फल भोगदा है। जे किते उत्थे नाम जपन लग जे, जे कोई जेल च महापुरख मिल जान, रोज सत्संग होण लग जे, ते जेल तो बाहर देवता बन के आउंदा है। देवता नहीं तो आपदे पाप भोग के आउंदा। रोज संगत होंदी है, दीवान लगदा है। गुरु हरगोबिंद साहब जी दे दर्शन होंदे आ, सारियां दे मन जुड़े आ। महाराज हुण जान लगे आ। उन्होंने कहा महाराज सानू ना छड्ड के जाओ, जा तो आप जी भी रवो तो जा सानू भी लै जाओ। फिर महाराज सारियां नूं गुरु साहब ने कहा सी ये जाणगे असीं चलांगे। उन्हें कहा जिन्ने तुहाडे उंगल फड़ के, हथ फड़ के, तणी फड़ के, चोले की कन्नी फड़ के आ सकते आ, गुरु साहब ने 52 कलियां का चोला पा के सारियां नूं जेल चों कढ़िया। गुरु महाराज बख्शिंद ने, पर सानू समत दे रहे ने कि माड़े कर्म जिन्ने भी ने उन्हां दी सजा भोगण लई तू तैयार रहो। चंगियां दा फल भी तेनू ही मिलेगा। तू आखे कि माड़ियां दा फल ना मिले, ये भी भोगना पएगा, चंगियां दा भी फल मिलेगा। चाह तां तू चंगे कर्म करेगा। राजिया ने चंगा कर्म किया, रोज संगत विच बैठते सी। महाराज वास्ते लंगर पक्के पकाए। बाबा बुढ़ा जी, भाई गुरदास जी संगतां भेजदियां सी जेल दे विच, उत्थे भी लंगर तैयार होंदे सी। महाराज
ਖੁਸ਼ੀਆਂ ਵੰਡ ਰਹੇ ਸੀ, ਤਾਰ ਰਹੇ ਸੀ, ਤਾਰਨ ਵਾਸਤੇ ਆਉਂਦੇ ਆ। ਇਹ ਗੁਰੂ ਸਾਹਿਬ ਦੀ ਸਮੱਤ ਹੈ ਕਿ ਰੁਕ ਜਾਇਆ ਕਰ। ਗੁਰਬਾਣੀ 'ਚ ਲਿਖਿਆ ਨਹਿ ਬਲੰਬੰ ਧਰਮੰ, ਕਹਿੰਦੇ ਧਰਮ ਦੇ ਕੰਮ ਵਿੱਚ ਨਹੀਂ ਰੁਕਣਾ, ਦੇਰੀ ਵੀ ਨਹੀਂ ਪਾਉਣੀ। ਕਹਿਣਾ ਜੀ ਹੁਣੇ ਹੀ ਕਰੋ। ਇਹ ਜਿਹੜਾ ਚੰਗਾ ਕੰਮ ਆਪਾਂ ਸੋਚ ਲਿਆ, ਇਹਨੂੰ ਕਹਿਣਾ ਹੁਣੇ ਹੀ ਕਰੋ। ਪਾਠ ਕਰਨਾ ਹੈ, ਸਾਖੀ ਸੁਣਨੀ, ਦਰਸ਼ਨ ਕਰਨ ਜਾਣਾ ਹੈ, ਮੱਥਾ ਟੇਕਣਾ ਹੈ, ਕੋਈ ਚੰਗਾ ਕਰਮ ਆ ਗਿਆ ਤੇਰੇ ਅੰਦਰ, ਇਹਨੂੰ ਦੇਰ ਨਾ ਪਾਈ, ਕਿਤੇ ਨਿਕਲ ਨਾ ਜਾਵੇ ਹੱਥੋਂ, ਮੌਕਾ ਨਾ ਨਿਕਲ ਜੇ। ਕਹਿੰਦੇ ਮਾੜੇ 'ਚ ਦੇਰੀ ਪਾ ਦੇ। ਬਲੰਬੰ ਪਾਪੰ, ਪਾਪ ਦਾ ਜਦੋਂ ਵੀ ਤੇਰੇ ਅੰਦਰ ਫੁਰਨਾ ਬਣੇ ਨਾ, ਜਾਂ ਤਾਂ ਗੁਰੂ ਦਾ ਧਿਆਨ ਧਰ ਲਾ ਕੁਝ ਸਮੇਂ ਲਈ, ਜਾਂ ਗੁਰਬਾਣੀ ਦਾ ਪਾਠ ਕਰ ਲਾ, ਮਹਾਂਪੁਰਸ਼ ਦੀ ਟੇਕ ਲੈ ਲਾ, ਧੂੜੀ ਮੱਥੇ ਨੂੰ ਲਾ ਲਾ, ਬੜੀ ਮੁਸੀਬਤ ਤੋਂ ਟਲ ਜਾਏਗਾ। ਮਾੜੇ ਖਿਆਲਾਂ, ਗੰਦੇ ਖਿਆਲਾਂ 'ਤੇ ਕੰਟਰੋਲ ਕਰਨਾ ਹੈ, ਇਹਨੂੰ ਰੋਕ ਲੈਣਾ। ਮਾਂ ਬਾਪ ਲਈ ਚਿੰਤਾ ਬਣ ਜਾਂਦੀ ਹੈ। ਲੜਕੇ ਲੜਕੀਆਂ ਜਿੱਦ ਕਰਨ ਲੱਗ ਜਾਂਦੇ ਕਿ ਮੈਂ ਇੱਧਰ ਸ਼ਾਦੀ ਕਰਾਉਣੀ, ਇੱਧਰ ਕਰਾਉਣੀ, ਰਿਸ਼ਤਾ ਨਹੀਂ ਮਿਲਦਾ, ਜਾਤ ਨਹੀਂ ਮਿਲਦੀ, ਪਰ ਉਹ ਭਰਮੇ ਹੁੰਦੇ ਆ, ਭਟਕੇ ਹੁੰਦੇ ਆ। ਉਹ ਮਾਂ ਬਾਪ ਦੀਆਂ ਵੱਧ ਦੁਆਵਾਂ ਸਾਰੀਆਂ ਉਹਨਾਂ ਦੇ ਨਾਲ, ਘਰ ਨਹੀਂ ਸੁਖੀ ਵੱਸਦਾ। ਮਾਂ ਬਾਪ ਲਈ ਚਿੰਤਾ, ਜੀਵਨ ਨਰਕ ਬਣ ਜਾਂਦਾ ਹੈ। ਮਾਂ ਬਾਪ ਦੇ ਦਿਲੋਂ ਉਤਰ ਜਾਂਦਾ ਬੱਚਾ। ਕਿੱਥੇ ਉਹਨਾਂ ਚਾਵਾਂ ਦੇ ਨਾਲ ਵਿਆਹ ਸ਼ਾਦੀਆਂ ਕਰਨੀਆਂ, ਚਾਵਾਂ ਦੇ ਨਾਲ ਜਾ ਜਾ ਕੇ ਘਰ ਲੜਕਾ ਲੜਕੀ ਦੇਖਣਾ, ਕਿੱਥੇ ਉਹਨਾਂ ਲਈ ਮੁਸੀਬਤ ਬਣ ਜਾਂਦੀ ਹੈ ਤੇ ਬੱਚੇ ਦੇ ਨਰਕ ਦਾ ਰਾਹ ਖੁੱਲ ਜਾਂਦਾ ਥੋੜ੍ਹੀ ਜਿਹੀ ਗੱਲ ਕਰਕੇ। ਲੋਕ ਮਰਦੇ ਆ, ਆਤਮ ਹੱਤਿਆ ਕਰਦੇ ਆ, ਇਹ ਪਾਪ ਕਰਾਉਂਦਾ ਸਾਰਾ ਕੁਝ। ਕਹਿੰਦੇ ਇਹਨਾਂ ਪਾਪਾਂ ਮਗਰ ਨਾ ਲੱਗ। ਰੱਬ ਦੀ ਨਾਰਾਜ਼ਗੀ, ਜੱਗ ਦੀ ਨਾਰਾਜ਼ਗੀ ਸਭ ਤੋਂ ਵੱਡਾ ਹੈ ਕਿ ਤੂੰ ਮਾਂ ਬਾਪ ਨੂੰ ਦੁਖੀ ਕਰਦਾ। ਗੁਰੂ ਵੀ ਪ੍ਰਸੰਨ ਨਹੀਂ। ਐਸੀਆਂ ਬੁਰਾਈਆਂ ਦੀ ਜਿੱਦ ਕਰਕੇ ਮਾਂ ਬਾਪ ਦੀ ਜਾਨ ਸੂਲੀ ਤੇ ਟੰਗੀ ਜਾਂਦੀ ਹੈ। ਇਹ ਕਿਉਂ ਹੋਈਆਂ? ਕਿਉਂ ਸ਼ੁਰੂਆਤ ਹੋਈ? ਕਿਉਂਕਿ ਡਰ ਚੱਕਿਆ ਗਿਆ ਰੱਬ ਦਾ। ਇਹ ਡਰ ਨਹੀਂ ਚੱਕਣਾ, ਇਹ ਪਾਪ ਨੇ। ਇਹ ਤੇਰੇ ਲਈ ਦੁਖਦਾਈ ਬਣਨਗੇ, ਸੁਖਦਾਈ ਨਹੀਂ ਹੋਣਗੇ। ਇਹਨਾਂ ਦੀ ਸਜ਼ਾਵਾਂ ਤੂੰ ਜ਼ਰੂਰ ਸਹਿਣ ਕਰੇਗਾ। ਇਹੀ ਮੁਸੀਬਤਾਂ ਨੇ ਤੇਰੇ ਲਈ। ਜਿੰਨੇ ਸਵਾਦ ਭੋਗੇਗਾ ਉਹਨੇ ਤੈਨੂੰ ਦੁੱਖ ਸਹਿਣੇ ਪੈਣੇ ਆ। ਜੇ ਸੰਗਤ 'ਚ ਘੱਟ ਹੋ ਜਾਣ, ਕੱਟੇ ਜਾਣ ਤੇ ਵੱਖਰੀ ਗੱਲ ਏ, ਸੰਗਤ ਕਰਦੇ ਆ, ਨਾਮ ਜਪਦੇ ਆ, ਪਰ ਤੇਰੇ ਜਿੰਨੇ ਵੀ ਤੂੰ ਪਾਪ ਕੀਤੇ ਉਲੰਘਣਾ ਕਰਕੇ, ਉਹ ਤੇਰੇ ਲਈ ਮੁਸੀਬਤਾਂ ਨੇ। ਉਹੀ ਅੱਜ ਭੋਗਣੇ ਪੈ ਰਹੇ ਨੇ, ਹੋਰ ਕੋਈ ਕਾਰਨ ਨਹੀਂ। ਇੱਕੋ ਹੀ ਕਾਰਨ ਹੈ ਕਿ ਤੇਰੇ ਪਾਪ ਖੜੇ ਹੋਏ। ਉਵੇਂ ਭੋਗ, ਜਿਵੇਂ ਤੂੰ ਪਾਪ ਕੀਤੇ ਆ ਉਵੇਂ ਹੀ ਫਲ ਭੋਗ। ਜਿਵੇਂ ਕਰਦਾ ਸੇ ਬੇਡਰ ਹੋ ਗਏ, ਅੱਜ ਭੋਗ ਸਾਰੇ।
ਇਹਨਾਂ ਤੋਂ ਗੁਰੂ ਸਾਹਿਬ ਰੋਕਦੇ ਨੇ। ਕਿੱਥੋਂ ਖਾਏ ਮੁਸਾਫਰਾ ਚੱਲ ਲੱਗੇ, ਰਸਤ ਬਸਤ ਨਾ ਕੁਝ ਪਚਾਈ ਹੋਈ ਹੈ। ਕਿੱਥੋਂ ਪਾਣੀ ਦੇ ਪੀਵੇਂ ਗਲਾਸ ਭਰ ਕੇ, ਚੁੜੀ ਇੱਕ ਨਾ ਹੱਥੀਂ ਪਲਾਈ ਹੋਈ ਹੈ। ਕਿੱਥੋਂ ਪਹਿਨੇ ਤੋਂ ਪੱਟ ਪਸ਼ਮੀਨਿਆਂ ਦੇ, ਕਾਲੀ ਉੱਨ ਜਾਂ ਘਰੇ ਕਤਾਈ ਹੋਈ ਹੈ। ਕਿੱਥੋਂ ਦਾਖਾਂ ਬਜੌਰੀਆਂ ਖਾਵੇਂ ਜੱਟਾ, ਵਾੜੀ ਜਦੋਂ ਧਰੇਕਾਂ ਦੀ ਘਰੇ ਲਾਈ ਹੋਈ ਹੈ। ਲੁੱਕ ਛਿਪ ਕੇ ਬੜੇ ਅਪਰਾਧ ਕਰਦਾ ਹੈ, ਕੀਤੀ ਆਪਣੇ ਮਨੋਂ ਚਤਰਾਈ ਹੋਈ ਹੈ। ਤੈਨੂੰ ਕਿਸ ਤਰ੍ਹਾਂ ਵਿੱਚ ਦਰਗਾਹ ਛੱਡਣ, ਛੁਰੀ ਜਿਨ੍ਹਾਂ ਦੀ ਗਲੇ ਵਿੱਚ ਲਾਈ ਹੋਈ ਹੈ। ਐ ਪਰ ਗੁਫੀਆ ਪੁਲਿਸ ਦੇ ਨੌਕਰਾਂ ਨੇ ਡੈਰੀ ਵਿੱਚ ਦਰਗਾਹ ਪਹੁੰਚਾਈ ਹੋ। ਹਰ ਤਰ੍ਹਾਂ ਦਾ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਸਿਸਟਮ ਵੀ ਬਣਾਇਆ ਹੈ। ਸਾਨੂੰ ਸਾਡੇ ਮਾੜੇ ਚੰਗੇ ਕਰਮ ਸਾਰੇ ਨੋਟ ਕੀਤੇ ਜਾ ਰਹੇ ਨੇ, ਨਾਲ ਨਾਲ ਉਹਨਾਂ ਦੀ ਸਜ਼ਾ ਵੀ ਦਿੱਤੀ ਜਾ ਰਹੀ ਹੈ। ਅੱਗੇ ਤਾਂ ਨਰਕ ਪਤਾ ਨਹੀਂ ਕਿਹੜਾ ਹੈ, ਪਰ ਇੱਥੇ ਵੀ ਨਰਕ ਹੈ, ਨਾਲ ਦੀ ਨਾਲ ਹੀ ਤੇਰੇ ਪਾਪਾਂ ਦਾ। ਨਾਲ ਦੀ ਨਾਲ ਹੀ ਕਲਯੁਗ ਵਿੱਚ ਐ ਘਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੀ ਥਾਂ। ਜਿੰਨੇ ਪਾਪ ਕੀਤਾ ਉਸੇ ਨੂੰ ਸਜ਼ਾ ਹੈ ਕਲਯੁਗ 'ਚ। ਜਿੰਨੇ ਮਰਜ਼ੀ ਕਰ ਲਾ ਤੂੰ, ਲੁੱਕ ਛਿਪ ਕੇ ਕਰ ਲਾ, ਉਹ ਵੀ ਪ੍ਰਗਟ ਨਹੀਂ। ਕੋਈ ਬਰਿਆਈ ਭੋਗਣ ਲਈ ਆਇਆ, ਉਹਨੇ ਕਿਹਾ ਵੀ ਆਪਾਂ ਨੂੰ ਕੋਈ ਦੇਖ ਲਏਗਾ। ਕਹਿੰਦੇ ਕੋਈ ਨਹੀਂ ਦੇਖਦਾ, ਕਿਸੇ ਨੂੰ ਪਤਾ ਹੀ ਨਹੀਂ। ਕਹਿੰਦੇ ਜਾ ਬਾਹਰ ਦੇਖ। ਜੋ ਬਾਹਰ ਦੇਖਿਆ ਕਿ ਆਦਮੀ ਢੋਲ ਲੈ ਕੇ ਖੜਾ ਹੈ। ਉਹਨੂੰ ਪੁੱਛਿਆ ਵੀ ਤੂੰ ਕਿਵੇਂ ਖੜਾ ਹੈ? ਕਹਿੰਦੇ ਮੇਰੀ ਡਿਊਟੀ ਹੈ, ਤੁਸੀਂ ਬਰਿਆਈ ਕਰੋਗੇ, ਮੈਂ ਢੋਲ ਵਜਾਵਾਂਗਾ ਦੁਨੀਆ 'ਚ। ਇਹ ਗੱਲਾਂ ਨਾਲ ਦੀ ਨਾਲ ਜੱਗ ਵਿੱਚ ਪਹੁੰਚਣਗੀਆਂ ਸਭ ਕੁਝ। ਮੇਰੀ ਡਿਊਟੀ, ਜਿਹੜਾ ਬਰਿਆਈ ਕਰਦਾ ਹੈ ਉਹਦਾ ਮੈਂ ਢੋਲ ਖੜਕਾ ਦਿੰਦਾ। ਇਹ ਪਰਮਾਤਮਾ ਨੇ ਡਿਊਟੀ ਲਾਈ। ਉਹਨੂੰ ਗਿਆਨ ਹੋ ਗਿਆ ਕਿ ਮੈਂ ਤਾਂ ਸੋਚਿਆ ਮੇਰੇ ਪਾਪ ਨੂੰ ਕੋਈ ਨਹੀਂ ਦੇਖਦਾ, ਪਰ ਬਾਹਰ ਤਾਂ ਢੋਲ ਵਾਲਾ ਖੜਾ ਹੋਇਆ। ਸਾਰੇ ਜੱਗ ਵਿੱਚ ਢੋਲ ਵੱਜੇਗਾ ਜਦੋਂ ਕੋਈ ਬਰਿਆਈ ਕਰੇਗਾ। ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ, ਉਹਨਾਂ ਨੂੰ ਪੂਰਾ ਮਹਿਕਮਾ ਸੌਂਪਿਆ ਰੱਬ ਨੇ ਕਿ ਚੰਗਿਆਈਆਂ ਤੇ ਬਰਿਆਈਆਂ ਨੂੰ ਵਾਚਣਾ ਹੈ। ਜਿਹੜਾ ਵੀ ਕਰਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਨਾਮ ਜਿਨ੍ਹਾਂ ਨੇ ਧਿਆਇਆ ਹੈ ਉਹਨਾਂ ਦੇ ਮੂੰਹ ਉਜਲੇ ਨੇ ਦਰਗਾਹ 'ਚ। ਗੁਰੂ ਦੇ ਅੰਮ੍ਰਿਤ ਪੀ ਕੇ, ਗੁਰੂ ਸਾਹਿਬ ਨੂੰ ਮੱਥਾ ਟੇਕ ਕੇ, ਗੁਰਬਾਣੀ ਪੜ੍ਹ ਕੇ ਆਪਣੇ ਮਾੜੇ ਖਿਆਲਾਂ ਨੂੰ ਮੇਟ ਦਿਆ ਕਰ। ਗੁਰੂ ਦੀ ਧੂੜ ਮੱਥੇ ਨੂੰ ਲਾ ਕੇ। ਬੁਰੇ ਕਰਮ ਆਉਂਦੇ ਆ, ਬੁਰਾਈਆਂ ਕਰਾਉਂਦੇ ਆ, ਇਹ ਧੱਕੇ ਲਿਖੇ ਹੋਏ ਨੇ। ਪਰ ਜਦੋਂ ਨਾਮ ਜਪ ਲਈਏ, ਸੰਗਤ ਕਰ ਲਈਏ, ਬਾਣੀ ਪੜ੍ਹ ਲਈਏ, ਫਿਰ ਇਹਨਾਂ ਦਾ ਨਾਸ ਹੋ ਜਾਂਦਾ। ਜਿਵੇਂ ਹਰ ਫਸਲ ਦੇ ਵਿੱਚ ਗੰਦ ਉੱਗਦਾ ਹੈ, ਉਹਨੂੰ ਮਾਰੀਦਾ। ਤੇਰੇ ਅੰਦਰ ਵੀ ਖਿਆਲ ਫੁੱਟਣੇ ਆ, ਇਹਨਾਂ ਨੂੰ ਮਾਰਨਾ ਹੈ ਤੇ ਚੰਗਿਆਂ ਦਾ ਫਲ ਲੈਣਾ। ਜੋ ਗੁਰੂ ਦਾ ਉਪਦੇਸ਼ ਹੈ ਕਿ ਅੰਮ੍ਰਿਤ ਵੇਲੇ ਉੱਠ ਹਿੰਮਤ ਦੇ ਨਾਲ ਇਸ਼ਨਾਨ ਕਰ, ਗੁਰੂ ਦੀ ਬਾਣੀ ਪੜ੍ਹ। ਵੈਸੇ ਗੁਰੂ ਸਾਹਿਬ ਸਾਰਾ ਕੁਝ ਹੀ ਕਰ ਦਿੰਦੇ ਆ। ਜਦੋਂ ਤੂੰ ਸਵੇਰੇ ਉੱਠੇਗਾ,
ਇਸ਼ਨਾਨ ਕਰਕੇ ਗੁਰਬਾਣੀ ਪੜ੍ਹੇਗਾ, ਗੁਰੂ ਘਰ 'ਚ ਜਾਏਗਾ, ਤੇਰੇ ਦਿਨ ਦੇ ਮਾੜੇ ਦੋਸ਼ ਸਾਰੇ ਖਤਮ ਹੋ ਜਾਣੇ, ਪਾਪ ਹੋਣਾ ਹੀ ਨਹੀਂ। ਪਾਪ ਤੋਂ ਗੁਰੂ ਸਾਹਿਬ ਨੇ ਬਚਾ ਲੈਣਾ। ਉਹ ਉਹਦੀ ਜੜ ਪੜ ਦਿੰਦੇ ਆ। ਸੰਗਤ ਕਰਨ ਵਾਲਿਆਂ ਦੀ ਰਾਖੀ ਮਹਾਂਪੁਰਸ਼ ਕਰਦੇ ਆ, ਆਪ ਸਹਾਈ ਹੋ ਕੇ ਬਚਾਉਂਦੇ ਆ, ਆਪਦੇ ਸੇਵਕ ਦੀ ਆਪੇ ਹੀ ਪੈਜ ਰੱਖਦੇ ਤੇ ਆਪੇ ਫਿਰ ਨਾਮ ਹੀ ਜਪਵਾ ਲੈਂਦੇ ਆ। ਪੜੋ ਸਾਰੇ। ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਆਪ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਜੀ ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। 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 ਜੀ ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਜੀ ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ, 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 ਪੈਜ ਰੱਖੇ ਸੇਵਕਾਂ ਦੀ। ਜੀ ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਜੀ ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਪੈਜ ਰੱਖੇ ਸੇਵਕਾਂ ਦੀ, ਪੈਜ ਰੱਖੇ ਸੇਵਕਾਂ ਦੀ। ਜੀ ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। 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 ਜੀ ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਜਪਾਵੇ ਪਿਆਰਾ, ਪੈਜ ਰੱਖੇ ਸੇਵਕਾਂ ਦੀ। ਆਪੇ ਨਾਮ ਜਪਾਵੇ ਪਿਆਰਾ, ਜੀ ਪੈਜ ਰੱਖੇ ਸੇਵਕਾਂ ਦੀ। ਇੱਕ ਸਵਾਲ ਹੈ ਕਿ ਜਿਹੜੇ ਮਾੜੇ ਚੰਗੇ ਸਾਡੇ ਕਰਮਾਂ 'ਚ ਲਿਖੇ ਆ ਉਹ ਕਰਨੇ ਪੈਣਗੇ। ਮਾੜੇ ਕੰਮ ਸਾਡੇ ਕਰਮ 'ਚ ਲਿਖੇ ਆ, ਉਹੀ ਪਾਪ ਬਣਨੇ ਆ। ਚੰਗੇ ਕਰਮ ਸਾਡੇ ਲਿਖੇ ਹੋਏ ਨੇ, ਉਹ ਪੁੰਨ ਬਣਨੇ ਆ। ਇਹ ਮਾੜੇ ਭੋਗਣੇ ਪੈਣਗੇ? ਨਹੀਂ। ਗੁਰਬਾਣੀ ਗੁਰੂ ਸਾਹਿਬ ਨੂੰ ਮਹਾਂਪੁਰਸ਼ ਦੀ ਸੰਗਤ ਕਰੇਗਾ, ਇਹ ਇਲਾਜ ਹੈ। ਇੱਕ ਸੁਦਾਗਰ ਦੀ ਘਰਵਾਲੀ ਸਾਧੂਆਂ ਦੀ ਸੰਗਤ ਕਰਦੀ ਸੀ। ਉਹ ਵਪਾਰੀ ਸੀ, ਬਾਹਰ ਰਹਿੰਦਾ ਸੀ, ਸੋਹਣੀ ਬੜੀ ਸੀ ਉਹਦੀ ਘਰਵਾਲੀ। ਉੱਥੋਂ ਦੇ ਰਾਜੇ ਦੀ ਅੱਖ ਚਲੀ ਗਈ। ਉਹ ਸੱਦਾ ਪੱਤਰ ਦਿੰਦਾ ਸੀ। ਉਹ ਧਰਮ ਵਾਲੀ ਸੀ, ਉਹਦੇ ਕੋਲ ਧਰਮ ਸੀ। ਉਹ ਰਾਜੇ ਦੇ ਸੱਦੇ ਨੂੰ ਪ੍ਰਵਾਨ ਨਹੀਂ ਕਰਦੀ ਸੀ, ਮੇਰਾ ਧਰਮ ਹੈ। ਕਿਉਂਕਿ ਮਹਾਂਪੁਰਸ਼ਾਂ ਦੀ ਸੰਗਤ ਕੀਤਿਆਂ ਧਰਮ ਦ੍ਰਿੜ ਹੋ ਜਾਂਦਾ ਹੈ। ਸਾਧੂਆਂ ਨੇ ਧਰਮ ਦ੍ਰਿੜਾਇਆ ਸੀ।
ਕਰ ਸੋ ਕਿਰਤ, ਸੱਚੀ ਕਿਰਤ ਕਰਕੇ ਧਰਮ ਕਮਾਉਣਾ ਹੈ। ਇਸ ਦੁਨੀਆ ਦੇ ਵਿੱਚ ਚੰਗੀ ਕਿਰਤ ਕਰ, ਧਰਮ ਨੂੰ ਕਮਾ। ਹੁਣ ਰਾਜੇ ਦੀ ਬਹੁਤ ਸਖਤਾਈ ਹੋ ਗਈ, ਮੈਂ ਤੇਰਾ ਘਰ ਸਾੜ ਦਿਆਂਗਾ, ਪਤੀ ਤੇਰੇ ਨੂੰ ਮਰਵਾ ਦਿਆਂਗਾ। ਇਹਦੇ ਅੰਦਰ ਡਰ ਪੈ ਗਿਆ। ਪਰ ਇਧਰੋਂ ਮਹਾਂਪੁਰਸ਼ਾਂ ਨੂੰ ਅਰਾਧਿਆ ਹੈ। ਹਨੂਮੰਤਰ ਅਰਾਧਿਆ ਆਇਆ ਕਰ ਸੰਯੋਗ, ਰਾਮਚੰਦ ਕੀ ਲਿਸ਼ਟਕਾ ਜਿਨ੍ਹੇ ਮਾਰਿਆ ਰੋਗ। ਉਹ ਵੀ ਆ ਜਾਂਦੇ ਆ ਸਹਿਯੋਗ ਕਰਨ ਵਾਲੇ, ਜਿਨ੍ਹਾਂ ਦੀ ਡਿਊਟੀ, ਜਿਨ੍ਹਾਂ ਦੀ ਸੰਗਤ ਹੈ। ਇੱਕ ਪਾਪ ਕਰਮ ਦੋਸ਼ ਕਿ ਧਰਮ ਜਾ ਰਿਹਾ ਹੈ। ਧਰਮ ਕਮਾਉਣ ਵਾਲੀ ਔਰਤ, ਸਾਧੂ ਦੀ ਸੰਗਤ ਕਰਨ ਵਾਲੀ, ਅੱਜ ਸੋਚਿਆ ਵੀ ਮੇਰਾ ਵੀ ਨੁਕਸਾਨ, ਮੇਰੇ ਪਤੀ ਦਾ ਵੀ। ਮੈਂ ਰਾਜੇ ਕੋਲ ਜਾ ਹੋਣੀ ਆ, ਨਾਲ ਅਰਾਧਿਆ ਮਹਾਂਪੁਰਸ਼ਾਂ ਨੂੰ। ਮਹਾਂਪੁਰਖ ਰਾਜ ਹੀ ਮਿਲ ਗਏ। ਮੱਥਾ ਟੇਕਿਆ, ਚਰਨ ਧੂੜੀ ਲਈ। ਸੰਤਾਂ ਨੇ ਉਪਦੇਸ਼ ਦਿੱਤਾ, ਬੀਬੀ ਵਾਪਸ ਘਰ ਜਾ। ਜੀ ਰਾਜੇ ਦੇ ਬੜੇ ਸਖਤ ਸਨੇਹ ਨੇ, ਮੇਰੀ ਰੱਖਿਆ ਕਰੋ। ਕਹਿਣ ਲੱਗੇ ਬਸ ਹੁਣ ਕਰਮ ਨਾਸ ਹੋ ਗਿਆ। ਆਖੋ ਸੀ ਵਾਹਿਗੁਰੂ। ਧੂੜੀ ਲੈਣ ਨਾਲ, ਮਹਾਂਪੁਰਖਾਂ ਦੇ ਦਰਸ਼ਨ ਕਰਨ ਨਾਲ ਕਿਲਵਿਖ ਨੱਸ ਜਾਂਦੇ। ਕਿਲਵਿਖ ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇੜ ਤੁਤਰੀ ਭੁੱਖ। ਨਾਮ ਜਪਣ ਵਾਲੀ, ਗੁਰਬਾਣੀ ਪੜ੍ਹਨ ਵਾਲੇ। ਅੱਜ ਪਾਪ ਸੀ ਸਿਰ ਤੇ, ਕਹਿੰਦੇ ਕੋਈ ਪੁੱਛ ਗਿੱਛ ਹੀ ਨਹੀਂ ਹੋਏਗੀ, ਕੋਈ ਰਾਜੇ ਦਾ ਖਿਆਲ ਹੀ ਨਹੀਂ ਆਏਗੀ। ਇਹ ਪਾਪ ਦਾ ਨਾਸ ਹੋ ਗਿਆ। ਨਿਤਨੇਮ ਕਰਨਾ, ਗੁਰੂ ਦੇ ਦਰਸ਼ਨ ਕਰਨੇ, ਸੁਖਮਨੀ ਸਾਹਿਬ ਵਿੱਚ ਆਉਣਾ, ਬੈਠਣਾ, ਕੀਰਤਨ 'ਚ ਹਾਜ਼ਰੀ ਭਰਨੀ। ਸਾਡੇ ਮਾੜੀ ਆਦਤਾਂ ਦਾ, ਮਾੜੇ ਪਾਪ ਦਾ ਨਾਸ ਹੁੰਦਾ ਹੈ, ਜਿਹੜੇ ਪਹਾੜ ਬਣ ਜਾਣੇ ਆ। ਕਹਿੰਦੇ ਇੰਨਾ ਵੱਡਾ ਇਹ ਪਾਪ ਹੀ ਕਿ ਆਪਾਂ ਤਾਂ ਕਹਿੰਦੇ ਕੋਈ ਨਹੀਂ, ਕੀ ਹੁੰਦਾ ਹੈ। ਕਹਿੰਦੇ ਇੱਕ ਬਹੁਤ ਬੁੱਧੀਵਾਨ ਰਾਜਾ ਹੋਇਆ, ਜਿੰਦੇ ਤੋਂ ਵੱਡੀ ਬੁੱਧ ਕਿਸੇ ਦੀ ਹੈ ਨਹੀਂ। ਰਾਵਣ ਜਾਤ ਦਾ ਵੀ ਉੱਚਾ ਬ੍ਰਾਹਮਣ ਹੈ, ਬੁੱਧ ਦਾ ਵੀ ਸਿਆਣਾ, ਵੇਦ ਵੀ ਚਾਰੇ ਪੜ੍ਹੇ ਸੀ। ਤੇ ਰੱਬ ਨੇ ਉਹਦੀ ਸੇਵਾ ਵਿੱਚ ਦੇਵਤਿਆਂ ਨੂੰ ਲਾਇਆ ਸੀ ਵੀ ਇਹ ਬਹੁਤ ਬੁੱਧਵਾਨ ਹੈ, ਬਹੁਤ ਉੱਚੀ ਕੁਲ ਵਾਲਾ ਹੈ, ਤੇ ਦੇਵਤਿਆਂ ਦੀ ਸੇਵਾ ਕਰਨਗੇ। ਉਹਦੇ ਅੰਦਰ ਪਾਪ ਆ ਗਿਆ। ਉਹ ਸੀਤਾ ਨੂੰ ਚੁਰਾ ਕੇ ਲਿਆਇਆ ਬਰਿਆਈ ਵਾਸਤੇ। ਕਹਿੰਦੇ ਉਹ ਸਾਰੇ ਦੇ ਸਾਰੇ ਉਹਦੇ ਨਾਸ ਹੋ ਗਏ। ਸੋਨੇ ਦੀ ਲੰਕਾ ਰੱਬ ਨੇ ਦਿੱਤੀ ਸੋਹਣੀ, ਵੀ ਇਹਦੇ 'ਚ ਰਹੇਗਾ ਰਾਵਣਾ, ਤੂੰ ਬਹੁਤ ਅੱਛਾ ਆਦਮੀ ਹੈ, ਤੈਨੂੰ ਰਹਿਣ ਵਾਸਤੇ ਸੋਨੇ ਦਾ ਘਰ, ਸੇਵਾ ਕਰਨ ਵਾਸਤੇ ਦੇਵਤੇ, ਤੇ ਵੇਦ ਜ਼ਬਾਨੀ ਯਾਦ ਸਾਰੇ ਬ੍ਰਾਹਮਣ। ਇੱਕ ਮਾੜੀ ਸੋਚ ਆਈ ਔਰਤ ਦੇ ਪਿੱਛੇ। ਕਹਿੰਦੇ ਰੱਬ ਨੇ ਲੰਕਾ ਵੀ ਫੂਕਤੀ ਵੀ ਤੂੰ ਇਹਦੇ 'ਚ ਰਹਿਣ ਦੇ ਯੋਗ ਨਹੀਂ। ਦੇਵਤੇ ਵੀ ਪਿੱਛੇ ਹਟਾ ਲਏ, ਕਿਸੇ ਦੇਵਤੇ ਦੀ ਸੇਵਾ ਨਹੀਂ ਕਰਨੀ, ਇਹਨੂੰ ਨਰਕ ਭੋਗਣ ਦਿਓ। ਚੰਦ ਸੂਰਜ ਜਾ ਕੇ ਤਪਤ ਰਸੋਈ, ਬਸੰਤਰ ਜਾ ਕੇ ਕੱਪੜੇ ਧੋਈ। ਅਗਨੀ ਦੇਵਤਾ, ਪਾਣੀ ਦੇਵਤਾ, ਚੰਦਰਮਾ, ਸੂਰਜ ਵੀ ਸੇਵਾ ਕਰਦੇ ਸੀ। ਇੱਕ ਬਰਿਆਈ ਤੇ ਰਾਮਚੰਦਰ ਜੀ ਸਮੇਂ ਦੇ ਭਗਵਾਨ ਉਹਦਾ ਨਾਸ ਕਰਨ ਵਾਸਤੇ ਗਏ। ਹਨੂਮਾਨ ਜੀ ਉਹਦੇ ਵਾਸਤੇ ਪ੍ਰਗਟ ਹੋਏ।
ਇੱਕ ਪਾਪ ਨੇ ਉਹਨੂੰ ਪਾਪੀ ਬਣਾਤਾ, ਇੱਕ ਪੁੰਨ ਨੇ ਉਹਨੂੰ ਪੁੰਨੀ ਬਣਾਇਆ ਕਿ ਸੋਨੇ ਦੀ ਲੰਕਾ ਮਿਲ ਗਈ, ਸਾਰੀਆਂ ਸ਼ਕਤੀਆਂ ਮਿਲ ਗਈਆਂ, ਰਾਜ ਭਾਗ ਮਿਲ ਗਏ, ਸੁੱਖ ਮਿਲ ਗਏ। ਦੇਵਤੇ ਉਹਦੀ ਸੇਵਾ ਕਰਦੇ ਸੀ, ਜੋ ਬਚਨ ਕਰਦਾ ਸੀ ਮੂੰਹ ਸੱਤ ਹੁੰਦਾ ਸੀ, ਜਿਹੜੀ ਇੱਛਾ ਕਰਦਾ ਸੀ ਉਹੀ ਪ੍ਰਗਟ ਹੋ ਜਾਂਦਾ। ਪੁੰਨਾ ਕਰਕੇ, ਪਾਪਾਂ ਦੇ ਕਰਕੇ ਰਾਮਚੰਦਰ ਜੀ ਮਹਾਰਾਜ ਸੈਨਾ ਲੈ ਕੇ ਉੱਠੇ, ਰਾਵਣ ਨੂੰ ਮਾਰਨਾ ਹੈ। ਹਨੂਮਾਨ ਜੀ ਉੱਠੇ, ਉਹਦੀ ਲੰਕਾ ਫੂਕ ਕੇ ਆਉਣੀ ਹੈ। ਇਹ ਨਰ ਅਚੇਤ ਪਾਪ ਤੇ ਡਰ ਰਹੇ। ਗੁਰੂ ਸਾਹਿਬ ਕਹਿੰਦੇ ਨਹੀਂ ਡਰੇਗਾ ਤੇ ਤੇਰੇ ਕਰਮ ਰੱਬ ਫੂਕ ਕੇ ਰੱਖ ਦੇਗਾ ਤੇਰਾ ਘਰ-ਬਾਰ। ਜਿੰਨੇ ਤੈਨੂੰ ਸੁੱਖ ਦਿੱਤੇ ਆ ਸਾਰੇ ਹੀ ਸੜ ਜਾਣਗੇ ਇੱਕ ਪਾਪ ਕਰਮ ਕਰਨ ਦੇ ਨਾਲ। ਹਰ ਚੀਜ਼ ਦੀ ਮਰਜ਼ਾਦਾ ਰੱਖੀ ਪਰਮੇਸ਼ਰ ਨੇ ਕਿ ਜਿਹੜਾ ਵੀ ਕਰਮ ਕਰਨਾ ਮਰਜ਼ਾਦਾ ਦੇ ਵਿੱਚ, ਮਰਜ਼ਾਦਾ ਤੋਂ ਬਾਹਰ ਕੀਤਾ ਹੋਇਆ ਪਾਪ ਹੈ। ਇਹ ਸੰਸਾਰ ਦੇ ਕਰਤੱਵ ਬਣਾਏ ਆ ਪਰਮਾਤਮਾ ਨੇ, ਸ੍ਰਿਸ਼ਟੀ ਬਣਾਈ, ਉਹਦਾ ਸਿਸਟਮ ਵੀ ਬਣਾਇਆ। ਇਹ ਜੇ ਮਹਾਂਪੁਰਸ਼ ਹੁੰਦੇ, ਉਹ ਗਿਆਨੀ ਸੀ, ਵੇਦ ਪੜ੍ਹਿਆ ਹੋਇਆ ਸੀ, ਸਾਰੇ ਭੁੱਲ ਗਏ ਵੇਦ, ਸਾਰੇ ਗਿਆਨ ਤਾਂ ਭੁੱਲ ਗਏ। ਕਿਉਂ ਭੁੱਲੇ? ਉਹਦੇ ਕੋਲ ਮਹਾਂਪੁਰਸ਼ ਨਹੀਂ ਸੀ ਰਾਵਣ ਕੋਲ। ਜੇ ਕੋਈ ਮਹਾਂਪੁਰਖ ਹੁੰਦਾ ਉਹਦੇ ਮਾੜੇ ਕਰਮਾਂ ਦਾ ਨਾਸ਼ ਕਰ ਦਿੰਦਾ। ਰਾਜਾ ਜਨਮੇਜਾ ਦੇ ਬੱਤੀ ਬਰਜ ਬਿਆਸ ਪੜ੍ਹਾਇਆ। ਬਿਆਸ ਗੁਰੂ ਨੇ ਪੜ੍ਹਾਇਆ ਸੀ ਜਨਮੇਜੇ ਨੂੰ ਕਿ ਤੈਨੂੰ ਜਨਮੇਜਿਆ ਕੋੜ ਪੈਣੇ ਆ, ਤੇਰਾ ਬੜਾ ਬੁਰਾ ਹਾਲ ਹੋਣਾ, ਤੂੰ ਰਾਜਾ ਏ, ਤੂੰ ਪਾਪ ਐਸਾ ਕਰ ਬੈਣਾ ਤੇ ਰੱਬ ਨੇ ਤੇਰੇ ਤੇ ਕਰੋਪ ਹੋ ਕੇ ਤੇਥੋਂ ਸਭ ਕੁਝ ਖੋਹ ਲੈਣਾ ਹੈ। ਕਿੰਨੀਆਂ ਮਰਜ਼ੀ ਕਥਾ ਸੁਣ ਲਈ, ਤੈਨੂੰ ਕੋੜ ਪਏਗਾ, ਕਥਾ ਵੀ ਤੇਰੇ ਤੇ ਕੰਮ ਨਹੀਂ ਕਰੇਗੀ। ਕਥਾ ਤੇ ਵੀ ਸ਼ੰਕਾ ਕਰਨ ਲੱਗ ਪਏਗਾ। ਜਦੋਂ ਪਾਪ ਵੱਧਦੇ ਆ ਉਹਦੇ ਮਹਾਂਪੁਰਸ਼ਾਂ ਤੇ ਵੀ ਸ਼ੰਕਾ ਹੋ ਜਾਂਦਾ, ਬਾਣੀ ਤੇ ਵੀ ਸ਼ੰਕਾ ਹੋ ਜਾਂਦਾ ਕਿ ਉਹਦਾ ਫਲ ਹੀ ਨਹੀਂ ਮਿਲਦਾ। ਫਿਰ ਪਾਪ ਵਧੇ ਹੁੰਦੇ ਆ। ਜਿਹੜੀ ਚੀਜ਼ਾਂ ਨੇ ਸਾਡਾ ਫਾਇਦਾ ਕਰਨਾ ਹੈ ਉਹਨਾਂ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਉੱਥੇ ਸਾਡੀ ਸ਼ਰਧਾ ਨਹੀਂ ਰਹਿੰਦੀ, ਭਾਵਨਾ ਹੀ ਨਹੀਂ ਰਹਿੰਦੀ, ਨਾ ਬਾਣੀ ਦੇ, ਨਾ ਗੁਰੂ ਗ੍ਰੰਥ ਸਾਹਿਬ ਦੇ, ਨਾ ਮਹਾਂਪੁਰਸ਼ਾਂ ਦੇ, ਨਾ ਸੰਗਤ ਦੇ, ਨਾ ਸੇਵਾ ਦੇ, ਜਿਹਦੇ ਨਾਲ ਮਾੜੇ ਕਰਮਾਂ ਦਾ ਨਾਸ ਹੋਣਾ ਹੈ। ਕਿਉਂਕਿ ਪਾਪਾਂ ਦੀ ਸਜ਼ਾ ਮਿਲਣੀ ਹੈ। ਗੁਰੂਆਂ ਨੇ ਪੜ੍ਹਾਇਆ ਸੀ ਵੀ ਇਹ ਕਾਰਨ ਤੇ ਇੱਥੋਂ ਗਲਤੀਆਂ ਹੋ ਗਈਆਂ ਨੇ। ਉਹਦੇ 'ਚ ਵੱਡਾ ਕਾਰਨ ਸੀ, ਉਹਨਾਂ ਨੇ ਕਿਹਾ ਸੀ ਤੂੰ ਵੱਡਾ ਯੱਗ ਨਾ ਕਰੀ, ਅਸਮੇਧ ਯੱਗ। ਚੰਗੇ ਕਰਮ ਤੋਂ ਰੋਕਿਆ ਸੀ। ਉਹਨੇ ਕਿਹਾ ਵੀ ਗੁਰੂ ਚੰਗੇ ਤੋਂ ਰੋਕਦੇ ਆ, ਯੱਗ ਕਰਨਾ ਕੋਈ ਮਾੜੀ ਚੀਜ਼ ਹੈ, ਇਹਦਾ ਕਰਾਉਣਾ ਚਾਹੀਦਾ ਹੈ। ਕਹਿੰਦੇ ਗੁਰੂ ਮਹਾਂਪੁਰਸ਼ਾਂ ਨੇ ਜਿਹੜੇ ਪਾਸੇ ਰੋਕਿਆ ਹੋਵੇ ਨਾ ਉਸ ਪਾਸੇ ਨਹੀਂ ਜਾਣਾ, ਉੱਥੇ ਤੁਹਾਡਾ ਪਾਪ ਹੀ ਹੋਣਾ ਤੁਹਾਡੇ ਤੋਂ। ਉਹਨੇ ਕਿਹਾ ਪੁੰਨ। ਕਹਿੰਦੇ ਜਦੋਂ ਯੱਗ ਕਰੇਗਾ ਬ੍ਰਾਹਮਣ ਆਉਣਗੇ, ਰਾਣੀ ਲੰਗਰ ਵਰਤਾਏਗੀ, ਉਹਦਾ ਕੋਈ ਪਰਦਾ ਚੱਕਿਆ ਜਾਏਗਾ, ਸਾਰੇ ਬ੍ਰਾਹਮਣ ਵੇਖ ਕੇ ਹੱਸਣਗੇ, ਤੂੰ ਮਰਵਾ ਦੇਵੇਂਗਾ, ਇੰਨੀ ਵੱਡੀ ਹੱਤਿਆ ਤੇਰੇ ਤੇ ਲੱਗ ਜਾਏਗੀ ਤੇ ਕੋੜਾ ਹੋ ਕੇ ਮਰੇਗਾ। ਇਹ ਕੋੜ ਪਏਗਾ ਤੈਨੂੰ।
ਫਿਰ ਉਸੇ ਤਰ੍ਹਾਂ ਹੀ ਹੋਇਆ, ਉਹ ਨਹੀਂ ਰੁਕਿਆ। ਉਹਨੇ ਕਿਹਾ ਵੀ ਯੱਗ ਕਰਾਉਣਾ ਕਿਹੜਾ ਮਾੜੀ ਚੀਜ਼ ਹੈ। ਉੱਥੋਂ ਹੀ ਸਾਰੀ ਗੱਲ ਵਿਗੜਨੀ ਸੀ। ਮਹਾਂਪੁਰਸ਼ਾਂ ਨੇ ਰੋਕਿਆ, ਤੂੰ ਇਹ ਪਾਸੇ ਨਾ ਜਾਵੀਂ, ਤੂੰ ਇਹ ਕਰਮ ਨਾ ਕਰੀ, ਤੂੰ ਆਹ ਸੇਵਾ ਨਾ ਕਰੀ, ਜਾਂ ਪਾਠ ਨਾ ਕਰੀ, ਨਾ ਕਰਾਈ। ਦਵਾਈ ਜੇ ਫਾਇਦਾ ਕਰਦੀ, ਦਵਾਈ ਰਿਐਕਸ਼ਨ ਵੀ ਕਰਦੀ। ਦਵਾਈ ਫਾਇਦਾ ਕਰਦੀ, ਦਵਾਈ ਐਲਰਜੀ ਵੀ ਕਰ ਜਾਂਦੀ ਹੈ। ਕਈ ਵਾਰੀ ਚੰਗੇ ਕਰਮ ਤੇਰੇ ਲਈ ਨੁਕਸਾਨਦਾਇਕ ਹੁੰਦੇ ਆ, ਉਹ ਫਿਰ ਮਹਾਂਪੁਰਸ਼ ਸੰਤ ਸਹਾਈ ਉਹ ਦੱਸ ਦਿੰਦੇ ਆ, ਭਾਈ ਇਹ ਨਾ ਕਰ, ਇਹ ਨਹੀਂ ਕਰਾਉਣਾ, ਇਹ ਨਹੀਂ ਕਰਨਾ। ਅਸੀਂ ਕਹਿੰਦੇ ਹਾਂ ਜੀ ਚੰਗਾ ਕਰਮ ਹੈ, ਚੰਗੇ ਦਾ ਚੰਗਾ ਫਲ ਮਿਲੇ, ਮਾੜਾ ਵੀ ਮਿਲ ਸਕਦਾ ਹੈ। ਤੂੰ ਫਸਲ ਬੀਜੀ ਝੋਨਾ, ਤੇਰਾ ਸਾਰਾ ਬਰਬਾਦ ਹੋ ਜਾਣਾ। ਸੰਤਾਂ ਨੇ ਕਿਹਾ ਨਾ ਬੀਜੀ, ਤੂੰ ਕਹਿਣਾ ਨਹੀਂ ਝੋਨੇ ਦਾ ਤਾਂ ਫਲ ਹੈ। ਕਣਕ ਦਾ ਫਲ ਹੈ, ਜੇ ਉਹਨੇ ਤੇ ਪਈ ਤੇ ਗੜਾ ਪੈ ਜਾਏਗਾ ਤੇ ਕਿੰਨਾ ਦੁਖੀ ਹੋਏਗਾ। ਬਿਮਾਰੀ ਪੈ ਜਾਏਗੀ, ਕਿੰਨਾ ਦੁਖੀ ਹੋਏਗਾ। ਚੰਗੇ ਕੰਮ ਵੀ ਨੁਕਸਾਨ ਕਰ ਦਿੰਦੇ, ਪਰ ਗੁਰੂ ਸਮੱਤ ਦੇ ਦਿੰਦੇ ਆ। ਇਹੋ ਜਿਹੇ ਚੰਗਿਆਂ ਤੋਂ ਵੀ ਬਚੋ ਜਿਨ੍ਹਾਂ ਨੇ ਤੁਹਾਨੂੰ ਮਾੜੇ ਬਣਾ ਦੇਣਾ। ਮਹਾਂਪੁਰਸ਼ਾਂ ਨੇ ਕਿਹਾ ਸੀ ਇਹ ਯੱਗ ਨਹੀਂ ਕਰਨਾ। ਜਨਮੇਜੇ ਨੇ ਕੀਤਾ, ਕਰਕੇ ਫਿਰ ਫਸਿਆ, ਹੱਤਿਆ ਹੋ ਗਈਆਂ। ਫਿਰ ਸਾਰਾ ਕੋੜ ਪਿਆ, ਕਥਾ ਸੁਣੀ। ਕਥਾ ਦੇ ਵਿੱਚ ਵੀ ਨੱਕ ਚੜ੍ਹਾ ਲਿਆ ਵੀ ਇਹ ਕਿਵੇਂ ਹੋ ਸਕਦਾ ਹੈ। ਫਿਰ ਨੱਕ ਤੇ ਕੋੜ ਰਹਿ ਗਿਆ, ਉਸੇ ਕੋੜ ਨਾਲ ਫਿਰ ਮਰੇ। ਉਸੇ ਕੋੜ ਨਾਲ ਮੌਤ ਹੋਈ। ਭਾਵੇਂ ਸਰੀਰ ਦਾ ਕੋੜ ਹਟਾ ਲਿਆ, ਪਰ ਨੱਕ ਦੇ ਕੋੜ ਨਾਲ ਮਰਿਆ। ਕਹਿੰਦੇ ਤੇਰੇ ਇਹ ਜਿਹੜੇ ਕਰਮ ਨੇ, ਇਹਨਾਂ ਤੋਂ ਡਰ। ਗੁਰੂ ਸਾਹਿਬ ਸਮੱਤ ਦੇ ਰਹੇ ਨੇ ਅੱਜ ਬੰਦੀ ਛੋੜ ਦਿਵਸ ਤੇ, ਕਿ ਚੰਦੂ ਪਾਪੀ ਨੇ ਆਪਣੇ ਪਾਪਾਂ ਦਾ ਫਲ ਭੋਗਿਆ। ਅੱਜ ਉਹਨੂੰ ਬਹੁਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ। ਜੁੱਤੀਆਂ ਮਾਰਦੇ ਲੋਕ, ਥੁੱਕਾਂ ਸਿੱਟਦੇ ਆ, ਨੱਕ 'ਚ ਨਕੇਲ ਪਾਈ ਹੋਈ ਹੈ। ਪੰਜਵੇਂ ਪਾਤਸ਼ਾਹ ਨੂੰ ਉਹਨੇ ਸਜ਼ਾ ਦਿੱਤੀ ਸੀ। ਦੀਵਾਨ ਸੀ, ਹਕੂਮਤ ਸੀ, ਰਾਜ ਭਾਗ ਹੱਥ ਸੀ। ਕਿਸੇ ਤਾਕਤ ਦਾ ਮਾਣ ਨਾ ਕਰੀ, ਤਾਕਤਾਂ ਰੱਬ ਖੋਹ ਲੈਂਦਾ ਹੈ। ਕਿਸੇ ਤਾਕਤ ਵਿੱਚ ਆ ਕੇ ਕਿਸੇ ਦਾ ਬੁਰਾ ਨਾ ਕਰ ਬੈਠੀ। ਤਾਕਤ ਰੱਬ ਖੋਹ ਲੈਂਦਾ ਹੈ ਤੇ ਫਿਰ ਤੇਰਾ ਹਾਲ ਉਹ ਹੋਏਗਾ ਜੋ ਹੁੰਦਾ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੋ, ਚਰਨ ਧੂੜ ਮੱਥੇ ਨੂੰ ਲਾਓ, ਅੰਮ੍ਰਿਤ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਹਿਰਦੇ 'ਚ ਵਸਾਵੋ। ਗੁਰਬਾਣੀ ਹਿਰਦੇ 'ਚ ਵਸਾਵੋ। ਕਹਿੰਦੇ ਨੇ ਗੁਰੂ ਸਾਹਿਬ ਅੱਜ ਬੰਦੀ ਛੋੜ ਦਿਵਸ ਹੈ। ਅੱਜ ਦੇ ਦਿਨ ਤੇਰੇ ਪਾਪਾਂ ਨੂੰ ਬਖਸ਼ ਦੇਣਗੇ, ਪਰ ਅੱਗੇ ਵੀ ਪਾਪ ਕਰੇਗਾ ਫਿਰ ਨਹੀਂ। ਅੱਗੇ ਤੇ ਫਿਰ ਚੰਗੇ ਰਸਤੇ ਚੱਲਣਾ ਹੈ। ਬੰਦੀ ਛੋੜੇ ਗੁਰੂ ਸਾਹਿਬ ਨੇ ਬੰਧਨ ਕੱਟੇ। ਪੜ੍ਹ ਲਿਓ, ਬੰਧਨ ਕੱਟ ਦਿਓ ਗੁਰੂ ਜੀ ਮੇਰੇ। ਬੰਧਨ ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਬੰਧਨ ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਬੰਧਨ ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਜੀ ਬੰਧਨ ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ।
ਬੰਧਨ ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਬੰਧਨ ਕੱਟ ਦਿਓ ਗੁਰੂ ਜੀ ਮੇਰੇ, ਬੰਦੀ ਛੋੜ ਤੇਰਾ ਨਾਮ ਹੈ। ਬੰਦੀ ਛੋੜ ਤੇਰਾ ਨਾਮ ਹੈ, ਬੰਦੀ ਛੋੜ ਤੇਰਾ ਨਾਮ ਹੈ। ਬੰਦੀ ਛੋੜ ਤੇਰਾ ਨਾਮ ਹੈ, ਬੰਦੀ ਛੋੜ ਤੇਰਾ ਨਾਮ ਹੈ। ਬੰਦੀ ਛੋੜ ਤੇਰਾ ਨਾਮ ਹੈ, ਬੰਦੀ ਛੋੜ ਤੇਰਾ ਨਾਮ ਹੈ। ਬੰਦੀ ਛੋੜ ਤੇਰਾ ਨਾਮ ਹੈ, ਬੰਦੀ ਛੋੜ ਤੇਰਾ ਨਾਮ ਹੈ। ਬੰਧਨ ਕਾਟਨ ਹਾਰ ਸੁਆਮੀ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ। ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਭਾਂਤੀ ਬੌੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਅੱਜ ਗੁਰੂ ਸਾਹਿਬ ਤੋਂ ਪਿਛਲੇ ਗੁਨਾਹ ਬਖਸ਼ਾਓ, ਅੱਗੇ ਵਾਸਤੇ ਗੁਰੂ ਸਾਹਿਬ ਨੂੰ ਕਹੋ ਜੀ ਸਾਨੂੰ ਸਮਤ ਬਖਸ਼ੋ, ਮਾਰਗ ਬਖਸ਼ੋ, ਤੇ ਮੈਂ ਉਸ ਮਾਰਗ ਤੇ ਪੱਕਾ ਹੋ ਕੇ ਚੱਲਾਂ, ਉਸ ਰਸਤੇ ਨੂੰ ਅਪਣਾ ਕੇ ਰੱਖਾਂ। ਕਹਿੰਦੇ ਬੜੇ ਸੰਨਿਆਸੀ ਉਦਾਸੀ ਜੋਗੀ ਤੁਰੇ ਰਸਤੇ ਤੇ ਨਹੀਂ ਚੱਲ ਸਕੇ, ਉਲਟਾ ਗਲਤ ਹੋ ਕੇ ਪਾਪ ਕਰਮ ਕਰਨ ਲੱਗ ਪਏ, ਤਿਆਗੀ ਬਣ ਕੇ ਮਾਇਆ ਇਕੱਠੀ ਕਰਨ ਲੱਗ ਪਏ, ਵਿਰਾਗੀ ਬਣ ਕੇ ਪਕੜ ਕਰਨ ਲੱਗ ਪਏ, ਲੋਭੀ ਹੋ ਗਏ, ਘਰ ਛੱਡ ਕੇ ਫਿਰ ਭਟਕਣ ਲੱਗ ਪਏ। ਮਾਰਗ ਇਹਨਾਂ ਦਾ ਖਰਾਬ ਹੋ ਗਿਆ। ਫਿਰ ਕਹਿੰਦੇ ਕਲਪਣਗੇ, ਦੁੱਖ ਪਾਉਣਗੇ, ਤਕਲੀਫਾਂ ਪਾਉਣਗੇ। ਮਹਾਂਪੁਰਖਾਂ ਨੇ ਕਿਹਾ ਭਾਈ ਨਾਮ ਆਇਆ ਇਕੱਠੀ ਕਰੋ। ਸੇਵਕ ਸੀ ਉਹਨਾਂ ਦੇ ਬਿਹੰਗਮ, ਆ ਨਾ ਕੰਮ ਕਰੋ, ਆ ਨਾ ਕਰੋ। ਉਹਨਾਂ ਨੇ ਫਾਰਮ ਬਣਾ ਲਏ, ਮਾਇਆ ਇਕੱਠੀ ਕਰਨ ਲੱਗ ਪਏ। ਮਹਾਂਪੁਰਸ਼ ਕਹਿੰਦੇ ਆਪਾਂ ਕੀ ਕਰਨਾ, ਆਪਣਾ ਨਾਮ ਜਪਣਾ। ਇਹ ਤੁਹਾਡੇ ਲਈ ਦੁਖਦਾਈ ਹੋਣਗੇ। ਤੇ ਜਦੋਂ ਮਹਾਂਪੁਰਸ਼ ਸਿਰ ਤੋਂ ਚਲੇ ਗਏ, ਉਸੇ ਹੀ ਜਿਹੜਾ ਆਪਣੇ ਆਪ ਨੂੰ ਸੰਤ ਬਣਾਉਣ ਲਈ ਤੁਰਿਆ ਸੀ ਨਾ, ਉਹ ਸ਼ਰਾਬ ਪੀਣ ਲੱਗ ਪਿਆ, ਔਰਤਾਂ ਭੋਗਣ ਲੱਗਿਆ। ਸਾਰੇ ਪਾਪ ਦਰਵਾਜ਼ਾ ਖੋਲ ਦਿੰਦੇ ਆ। ਹੋਟਲਾਂ 'ਚ ਰਹਿਣ ਲੱਗਾ, ਨਾਮ ਸੰਤ ਕੰਮ ਸਾਰੀ ਗੰਦੇ। ਕਲੰਕ ਲੱਗ ਗਏ ਵੱਡੇ ਵੱਡੇ, ਸਾਰੇ ਸੰਗੀ ਸਾਥੀ ਪਿੱਛੇ ਹਟ ਗਏ। ਮਹਾਂਪੁਰਸ਼ਾਂ ਨੇ ਕਿਹਾ ਸੀ ਐਸ ਮਾਇਆ ਦੀ ਪਕੜ ਨਾ ਕਰੋ, ਇਹ ਜ਼ਹਿਰ ਬਣੇਗੀ ਤੁਹਾਡੇ ਲਈ। ਉਹ ਲਏ ਹੋਏ ਫਾਰਮ, ਲਏ ਹੋਏ ਪੰਪ, ਲਈ ਹੋਈ ਸਾਈਡ ਤੇ ਪ੍ਰਾਪਰਟੀ, ਮਹਾਂਪੁਰਸ਼ ਕਹਿੰਦੇ ਵੇਖੀ ਤੇਰਾ ਹਾਲ ਕੀ ਕਰਦਾ, ਤੈਨੂੰ ਕਿਵੇਂ ਰੋਲ ਕੇ ਰੱਖਦੀ। ਇਹ ਜ਼ਹਿਰ ਤੂੰ ਇਕੱਠੀ ਕਰ ਲਈ। ਆਪਣਾ ਕਰਮੇ ਮਾਲਾ ਫੇਰਨੀ, ਪਾਠ ਕਰਨਾ, ਗੁਰੂ ਸਾਹਿਬ ਦੀ ਸੇਵਾ। ਇਹ ਪਤਾ ਨਹੀਂ ਕਿੱਥੋਂ ਕਿੱਥੋਂ ਮਾਇਆ ਕਿਵੇਂ ਕਿਵੇਂ ਆਉਂਦੀ ਹੈ ਅਰਦਾਸਾਂ ਦੀ, ਇਹ ਰਗੜ ਕੇ ਰੱਖ ਦਿੰਦੀ ਹੈ। ਉਹਦਾ ਅਸੀਂ ਭਾਰ ਨਹੀਂ ਦੇ ਸਕਦੇ। ਇਹ ਤਾਂ ਮਹਾਂਪੁਰਸ਼ ਕਹਿੰਦੇ ਜੇ ਇਹਨੂੰ ਮਾਰ ਕੇ ਖਾ, ਪ੍ਰਸ਼ਾਦਾ ਵੀ ਛਕਣਾ ਤੇ ਸ਼ਬਦ ਪੜ੍ਹ ਕੇ, ਬਸਤਰ ਵੀ ਪਾਉਣਾ ਹੈ ਤੇ ਗੁਰੂ ਦਾ ਨਾਮ ਲੈ ਕੇ, ਕਿ ਮੈਨੂੰ ਇਹਦਾ ਹਿਸਾਬ ਨਾ ਦੇਣਾ ਪਏ। ਕੋਈ ਸੁੱਖ ਮੰਨਣਾ ਗੁਰੂ ਦੇ ਨਾਮ ਤੇ ਮਰਜ਼ਾਦਾ ਕਰਕੇ, ਇਹ ਆਪਣਾ ਅਸਰ ਨਾ ਕਰੇ। ਇੱਥੇ ਅਸੀਂ ਤਨ ਮਨ ਧਨ ਵੇਚਣਾ ਹੈ,
ਦੇਣਾ ਹੈ, ਗੁਰੂ ਦੇ ਅੱਗੇ ਅਰਪਣ ਕਰਨਾ ਹੈ। ਹਰ ਚੀਜ਼ ਤੋਂ ਡਰਨਾ ਹੈ। ਡਰ ਹੀ ਭਗਤੀ ਹੁੰਦੀ ਹੈ, ਡਰ ਹੀ ਵੱਡੀ ਭਗਤੀ ਹੁੰਦੀ। ਇਹ ਕਦੀ ਨਾ ਸੋਚੋ ਕਿ ਇਹ ਧਨ ਮੇਰੇ ਕਿਸੇ ਕੰਮ ਆਏਗਾ। ਇਹ ਜਿਹੜਾ ਧਨ ਅਸੀਂ ਸਾਈਡ ਤੇ ਕਰਦੇ ਆ ਨਾ, ਇਹ ਸਾਨੂੰ ਜ਼ਹਿਰ ਬਣ ਕੇ ਚੰਬੜੇਗਾ, ਇਹ ਸਾਡੇ ਜ਼ਹਿਰ ਖਾਣ ਦੇ ਕੰਮ ਆਏਗਾ। ਕਦੀ ਧਨ ਚੋਰੀ ਕਰਕੇ ਨਾ ਰੱਖੋ, ਨਾ ਘਰ ਵਿੱਚ, ਨਾ ਬਾਹਰ, ਨਾ ਸੰਗਤ 'ਚ, ਨਾ ਪਰਿਵਾਰ 'ਚ। ਉਹ ਜ਼ਹਿਰ ਦਾ ਸਰੂਪ ਧਾਰਦਾ ਹੈ। ਗੁਰੂ ਦਾ ਦਿੱਤਾ ਖਾਣਾ, ਗੁਰੂ ਦਾ ਦਿੱਤਾ ਪਹਿਨਣਾ ਭਗਤੀ ਹੈ। ਆਪਣਾ ਖਾਣਾ, ਆਪਣਾ ਪਹਿਨਣਾ, ਉਹਦੇ 'ਚ ਕੋਈ ਭਗਤੀ, ਕੋਈ ਸ਼ਾਂਤੀ ਨਹੀਂ, ਕੋਈ ਟਿਕਾਓ ਨਹੀਂ। ਉਹ ਸਾਰੀ ਭੜਕਣਾ ਹੈ, ਉਹ ਸਾਰੀ ਨੁਕਸਾਨ ਕਰੇਗੀ, ਬਿਰਤੀ ਨੂੰ ਹਟਾਏਗੀ, ਆਦਤਾਂ ਗਲਤ ਪਾਏਗੀ, ਨਾਸ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਪਾਠ ਪੂਜਾ ਕੀਤੇ ਖਤਮ ਹੋ ਜਾਂਦੇ ਆ, ਪੁੰਨ ਦਾਨ ਕੀਤੇ ਪਾਪ ਦੇ ਨਾਲ ਖਤਮ ਹੋ ਜਾਂਦੇ ਆ। ਥੋੜਾ ਜਿਹਾ ਪਾਪ ਕਰ ਲਈਏ ਤੇ ਸਾਰਾ ਪੁੰਨ ਨਸ਼ਟ ਹੋ ਜਾਂਦਾ ਹੈ। ਗੁਰੂ ਸਾਹਿਬ ਨੂੰ ਬੇਨਤੀ ਕਰਨੀ, ਪਿਛਲੇ ਔਗਣ ਬਖਸ਼ ਲਏ ਪ੍ਰਭ, ਅੱਗੇ ਅੱਗੇ ਮੈਨੂੰ ਆਪਦੀ ਸੇਵਾ ਬਖਸ਼, ਆਪਦਾ ਸੇਵਾਦਾਰ ਬਣਾ ਲਓ, ਦਾਸ ਬਣਾ ਲਓ। ਮੈਂ ਤੁਹਾਡਾ ਦਿੱਤਾ ਪਹਿਨਾ ਖਾਵਾਂ, ਗੋਲਾ ਬਣ ਕੇ ਰਵਾਂ, ਆਗਿਆ ਦੇ ਵਿੱਚ ਰਵਾਂ, ਲੋਭੀ ਲਾਲਚੀ ਨਾ ਹੋਵਾਂ, ਧਰਮ ਤੇ ਰਵਾਂ, ਐਸੀ ਮੇਰੇ ਤੇ ਕਿਰਪਾ ਕਰੋ। ਜੈਸਾ ਬਾਲਕ ਭਾਏ ਸਿਪਾਹੇ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਪ੍ਰਭ, ਆਗੇ ਮਾਰਗ ਪਾਵੇ। ਅੱਗੇ ਗੁਰੂ ਸਾਹਿਬ ਆਪ ਦਾ ਰਸਤਾ ਦਿੰਦੇ ਆ, ਨਹੀਂ ਤਾਂ ਉਮਰਾਂ ਲੰਘ ਜਾਣਗੀਆਂ, ਆਦਤਾਂ ਨਹੀਂ ਹਟਣਗੀਆਂ ਤੇ ਕਾਲਕ ਹੀ ਮਲੀ ਜਾਏਗੀ ਮੂੰਹ ਤੇ। ਉਮਰ ਬੀਤ ਜਾਏਗੀ, ਆਦਤਾਂ ਨਹੀਂ ਜਾਣਗੀਆਂ ਤੇ ਮੂੰਹ ਕਾਲਾ ਹੋਏਗਾ। ਮੂੰਹ ਕਰਨਾ ਉਜਲਾ, ਆਦਤਾਂ ਨੇ ਛੱਡਣੀਆਂ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਦਰਗਾਹੀ ਦਾਤਾਂ ਮੰਗਣੀਆਂ। ਦਰਗਾਹੀ ਜਿਹਨੂੰ ਦੇਣਗੇ ਉਹ ਜ਼ਰੂਰ ਪਾਏਗਾ, ਜਿਸ ਨੂੰ ਦੇ ਸੋ ਪਾਏ। ਆਪਦੀ ਦਾਤ ਬਖਸ਼ਣਗੇ, ਚਰਨਾਂ ਨਾਲ ਜੋੜਨਗੇ। ਆਪਣੇ ਸੇਵਕ ਹੀ ਆਪੇ ਰਾਖੇ, ਆਪੇ ਨਾਮ ਜਪਾਵੇ। ਆਪਦੀ ਮਿਹਰ ਕਰਕੇ ਮਾੜੇ ਪਾਪਾਂ ਦਾ, ਕਰਮਾਂ ਦਾ ਨਾਸ ਕਰਨਗੇ। ਹੁਣ ਹੁਕਮਨਾਮਾ ਸੁਣੋ। ਅੱਜ ਦੀਵਾਲੀ ਦਾ, ਬੰਦੀ ਛੋੜ ਦਾ ਦਿਵਸ। ਰਾਮਚੰਦਰ ਜੀ ਮਹਾਰਾਜ ਆਏ, ਰਾਵਣ ਨੂੰ ਮਾਰ ਕੇ ਆਏ। ਗੁਰੂ ਸਾਹਿਬ ਨੇ ਚੰਦੂ ਨੂੰ ਸਜ਼ਾਵਾਂ ਦਿੱਤੀਆਂ। ਇਸ ਕਰਕੇ ਅੱਜ ਦੀ ਵਿਚਾਰ ਇਹ ਸੀ ਕਿ ਅਸੀਂ ਚੰਗੇ ਮਾੜਿਆਂ ਨੂੰ ਵਿਚਾਰ ਲਈਏ। ਸਾਨੂੰ ਐਸੇ ਨਾ ਰਾਵਣ ਵਾਂਗੂ, ਚੰਦੂ ਪਾਪੀ ਵਾਂਗੂ ਸਜ਼ਾ ਨਾ ਸਾਡੇ ਤੇ ਖੜੀਆਂ ਹੋ ਜਾਣ। ਅਸੀਂ ਅੱਜ ਦੇ ਦਿਨ ਇਹਨਾਂ ਦੀ ਵਿਚਾਰ ਕਰ ਲਈਏ ਤੇ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਲੈ ਲਈਏ। ਰਾਮਚੰਦਰ ਜੀ ਮਹਾਰਾਜ ਅੱਜ ਵਾਪਸ ਆਏ, ਦੀਵਾਲੀਆਂ ਜਗੀਆਂ। ਸਾਡੀ ਵੀ ਵਾਪਸੀ ਹੋਵੇ ਮਾੜੇ ਕੰਮਾਂ ਤੋਂ, ਬੁਰਾਈਆਂ ਤੋਂ। ਅਸੀਂ ਕਦੀ ਵੀ ਫੁਰਨਾ ਗਲਤ ਨਾ ਬਣਾਈਏ, ਨਾ ਗਲਤ ਕਰੀਏ ਤੇ ਸਾਡੀਆਂ ਵੀ ਦੀਵਾਲੀਆਂ ਜਗ ਪੈਣਗੀਆਂ। ਖੁਸ਼ੀ ਦੀ ਦੀਪਮਾਲਾ ਜਗੇਗੀ, ਆਤਸ਼ਬਾਜ਼ੀ ਹੋਏਗੀ ਜਦੋਂ ਅਸੀਂ ਗੁਨਾਹ ਤੇ ਪਾਪਾਂ ਦੇ ਮਾੜੇ ਪਾਸੋਂ ਮੋੜਾ ਪਾ ਕੇ ਗੁਰੂ ਕੋਲ ਆ ਜਾਵਾਂਗੇ। ਇਹਨਾਂ ਨੂੰ ਮਾਰ ਕੇ ਆਵਾਂਗੇ, ਮਾੜਿਆਂ ਨੂੰ। ਰਾਵਣ ਨੂੰ ਮਾਰਿਆ, ਚੰਦੂ ਨੂੰ ਮਾਰ ਪਈ, ਬੁਰਿਆਂ ਨੂੰ ਬੁਰਾਈਆਂ ਸਜ਼ਾ ਮਿਲੀਆਂ। ਇਸ ਕਰਕੇ ਬੁਰਾਈਆਂ ਛੱਡ, ਗੁਰੂ ਦੇ ਲੜ ਲੱਗ ਤੇ ਤੇਰੀ ਦੀਪਮਾਲਾ ਵੀ ਜਗੇ, ਤੇਰੀ ਆਸ਼ਬਾਜ਼ੀ ਵੀ ਚੱਲੇ, ਖੁਸ਼ੀ ਦਾ ਪ੍ਰਗਟਾਵਾ ਹੋਵੇ ਤੇ ਗੁਰੂ ਸਾਹਿਬ ਦਾ ਬਖਸ਼ਿਸ਼ਾਂ ਭਰਿਆ ਦਿਨ।
ਅੱਜ ਸਤਿਗੁਰਾਂ ਤੋਂ ਬਖਸ਼ਿਸ਼ਾਂ ਲਵੋ, ਹੁਕਮਨਾਮਾ ਸੁਣੋ, ਔਰ ਚੁੱਕ ਦੀ ਖਿਮਾ ਹਰ ਜਸ ਗਾਏ। ਹਰ ਜਸ ਗਾਇਓ ਸੰਤ ਜਨਾ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।